प्यारे बच्चों, ਅੱਜ ਅਸੀਂ 12ਵੀਂ ਕਲਾਸ ਇੰਪੋਰਟ ਐਕਸਪੋਰਟ ਮੈਨੇਜਮੈਂਟ ਟ੍ਰੇਡ ਦੇ ਅਧੀਨ ਚੱਲ ਰਹੇ ਇੰਪੋਰਟ ਵਿਸ਼ੇ ਦੇ ਚੌਥੇ ਟੌਪਿਕ ਬਾਰੇ ਪੜਾਂਗੇ, ਜੋ ਕਿ ਹੈ ਫੋਰਨ ਟ੍ਰੇਡ ਪਾਲਿਸੀ 2015-20। ਫੋਰਨ ਟ੍ਰੇਡ ਪਾਲਿਸੀ ਵਿਦੇਸ਼ੀ ਵਪਾਰ ਨੀਤੀ। ਵਿਦੇਸ਼ੀ ਵਪਾਰ ਨੀਤੀਆਂ ਸਰਕਾਰੀ ਕਾਰਵਾਈਆਂ ਹੁੰਦੀਆਂ ਹਨ ਵਿਦੇਸ਼ੀ ਖੇਤਰ ਤੋਂ ਨਿਰਯਾਤ ਨੂੰ ਉਤਸ਼ਾਹਿਤ ਕਰਨ ਤੇ ਆਯਾਤ ਨੂੰ ਘੱਟ ਕਰਨ ਲਈ ਘਰੇਲੂ ਆਰਥਿਕਤਾ ਤੇ ਸਰਕਾਰੀ ਖੇਤਰ ਦੁਆਰਾ ਲਾਗੂ ਕੀਤੀਆਂ ਗਈਆਂ ਨੀਤੀਆਂ ਹੁੰਦੀਆਂ ਹਨ। ਪਿਆਰੇ ਬੱਚਿਓ, ਵਿਦੇਸ਼ੀ ਵਪਾਰ ਨੀਤੀਆਂ ਕੀ ਹੁੰਦੀਆਂ ਆ? ਇਹ ਸਰਕਾਰੀ ਕਾਰਵਾਈਆਂ ਹੁੰਦੀਆਂ ਆ ਆਯਾਤ ਨੂੰ ਘੱਟ ਕਰਨ ਤੇ ਨਿਰਯਾਤ ਨੂੰ ਵਧਾਉਣ ਮਤਲਬ ਉਤਸ਼ਾਹਿਤ ਕਰਨ ਲਈ ਇਹ ਬਣਾਈਆਂ ਜਾਂਦੀਆਂ ਆ। ਘਰੇਲੂ ਆਰਥਿਕਤਾ ਤੇ ਸਰਕਾਰੀ ਖੇਤਰ ਦੁਆਰਾ ਲਾਗੂ ਕੀਤੀਆਂ ਜਾਂਦੀਆਂ ਹਨ। ਤਿੰਨ ਸਭ ਤੋਂ ਆਮ ਵਿਦੇਸ਼ੀ ਨੀਤੀਆਂ ਕਿਹੜੀਆਂ ਆ? ਟੈਰਿਫ, ਆਯਾਤ ਕੋਟੇ ਤੇ ਨਿਰਯਾਤ ਸਬਸਿਡੀਆਂ। ਟੈਰਿਫ ਕੀ ਹੁੰਦਾ ਹੈ? ਟੈਰਿਫ ਇੱਕ ਟੈਕਸ ਹੁੰਦਾ ਹੈ ਜੋ ਦੇਸ਼ ਵਿੱਚ ਆਉਣ ਵਾਲੀਆਂ ਚੀਜ਼ਾਂ ਤੇ ਅਦਾ ਕਰਨਾ ਪੈਂਦਾ ਹੈ। ਭਾਵ ਜਦੋਂ ਅਸੀਂ ਆਯਾਤ ਕਰਦੇ ਹਾਂ ਤੇ ਜਿਹੜੀਆਂ ਚੀਜ਼ਾਂ ਅਸੀਂ ਬਾਹਰਲੇ ਦੇਸ਼ਾਂ ਤੋਂ ਖਰੀਦਦੇ ਹਾਂ ਤਾਂ ਉਹਦੇ ਤੇ ਸਾਨੂੰ ਟੈਕਸ ਪੇ ਕਰਨਾ ਪੈਂਦਾ ਆ। ਤੇ ਆਯਾਤ ਕੋਟੇ ਕੀ ਹੁੰਦੇ ਆ? ਆਯਾਤ ਕੋਟੇ ਜਿਹੜੇ ਆ ਉਹ ਸਰਕਾਰ ਦੁਆਰਾ ਲਗਾਈਆਂ ਵਪਾਰਕ ਪਾਬੰਦੀਆਂ ਹੁੰਦੀਆਂ ਆ ਜੋ ਉਹਨਾਂ ਚੀਜ਼ਾਂ ਦੀ ਸੰਖਿਆ ਜਾਂ ਵਿੱਤੀ ਕੀਮਤਾਂ ਨੂੰ ਸੀਮਤ ਕਰਦੀ ਆ ਜਿਹੜੀਆਂ ਇੱਕ ਦੇਸ਼ ਕਿਸੇ ਖਾਸ ਸਮੇਂ ਤੇ ਇੰਪੋਰਟ ਕਰਦਾ ਆ। ਮਤਲਬ ਜਦੋਂ ਇੱਕ ਟਾਈਮ ਪੀਰੀਅਡ ਦੇ ਵਿੱਚ ਚੀਜ਼ ਨੂੰ ਆਪਾਂ ਦੂਸਰੇ ਦੇਸ਼ ਤੋਂ ਮੰਗਵਾ ਰਹੇ ਹਾਂ ਤੇ ਉਹਨਾਂ ਚੀਜ਼ਾਂ ਦੇ ਉੱਪਰ ਕੁਝ ਪਾਬੰਦੀਆਂ ਲਗਾਈਆਂ ਹੁੰਦੀਆਂ ਆ ਕਿ ਕਿੰਨੀ ਚੀਜ਼ ਤੁਸੀਂ ਮੰਗਵਾ ਸਕਦੇ ਆ, ਕਿੰਨਾ ਇੰਪੋਰਟ ਤੁਸੀਂ ਉਸ ਟਾਈਮ ਪੀਰੀਅਡ ਦੇ ਦੌਰਾਨ ਕਰ ਸਕਦੇ ਆ। ਉਹਦੀ ਜਿਹੜੀ ਕੁਆਂਟੀਟੀ ਆ ਉਹ ਸੀਮਤ ਹੁੰਦੀ ਆ, ਤੁਸੀਂ ਓਨੀ ਹੀ ਚੀਜ਼ ਮੰਗਵਾ ਸਕਦੇ ਆ। ਤੇ ਵਿੱਤੀ ਕੀਮਤਾਂ ਵੀ ਉਹਨਾਂ ਦੀਆਂ ਸੀਮਤ ਹੁੰਦੀਆਂ ਕਿ ਕਿੰਨੀ ਕੀਮਤ ਦੀ ਚੀਜ਼ ਤੁਸੀਂ ਵੱਧ ਤੋਂ ਵੱਧ ਮੰਗਵਾ ਸਕਦੇ ਆ ਤੇ ਉਸ ਤੋਂ ਵੱਧ ਨਹੀਂ ਮੰਗਵਾ ਸਕਦੇ। ਤੇ ਨਿਰਯਾਤ ਸਬਸਿਡੀਆਂ ਕੀ ਹੁੰਦੀਆਂ ਆ? ਜਿਹੜੀਆਂ ਚੀਜ਼ਾਂ ਅਸੀਂ ਕੋਈ ਵੀ ਨਿਰਯਾਤ ਕਰਾਂਗੇ, ਦੂਸਰੇ ਦੇਸ਼ਾਂ ਨੂੰ ਵੇਚਾਂਗੇ, ਸਾਨੂੰ ਉਹਦੇ ਤੇ ਪ੍ਰੋਫਿਟ ਆਏਗਾ। ਸਰਕਾਰ ਉਸ ਦੀ ਚੀਜ਼ ਨੂੰ ਵੱਧ ਤੋਂ ਵੱਧ ਵਧਾਉਣ ਦੇ ਲਈ ਨਿਰਯਾਤ ਸਬਸਿਡੀਆਂ ਦਿੰਦੀ ਆ। ਭਾਵ ਜਿਹੜੀ ਚੀਜ਼ ਨਿਰਯਾਤ ਕੀਤੀ ਜਾਂਦੀ ਆ ਉਹਦੇ ਤੇ ਸਾਨੂੰ ਕੁਝ ਲਾਭ ਦਿੰਦੀ ਆ ਕਿ ਜੇ ਤੁਸੀਂ ਇੰਨਾ ਨਿਰਯਾਤ ਕਰੋਗੇ ਤਾਂ ਉਹਦੇ ਤੇ ਤੁਹਾਨੂੰ ਇੰਨੇ % ਲਾਭ ਹੋਏਗਾ। ਟੈਰਿਫ ਅਤੇ ਆਯਾਤ ਕੋਟੇ ਆਯਾਤ ਨੂੰ ਘੱਟ ਕਰਨ ਲਈ ਅਤੇ ਨਿਰਯਾਤ ਸਬਸਿਡੀਆਂ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਹੁੰਦੀਆਂ ਹਨ। ਵਿਦੇਸ਼ੀ ਵਪਾਰ ਨੀਤੀਆਂ ਦਾ ਆਮ ਟੀਚਾ ਵਪਾਰ ਸਰਪਲਸ ਦਾ ਸੰਤੁਲਨ ਪੈਦਾ ਕਰਨਾ ਹੈ ਤੇ ਨਿਰਯਾਤ ਨੂੰ ਵਧਾਉਣਾ ਹੈ। ਭਾਵ ਜਿਹੜੀ ਚੀਜ਼ ਅਸੀਂ ਆਪਣੇ ਦੇਸ਼ 'ਚ ਪੈਦਾ ਕੀਤੀ ਆ, ਜਦੋਂ ਉਹ ਸਾਡੇ ਦੇਸ਼ 'ਚ ਪੂਰੀ ਆਈ, ਸਾਡੇ ਕੋਲ ਫਾਲਤੂ ਪਈ ਆ ਤੇ ਅਸੀਂ ਉਹ ਦੂਸਰੇ ਦੇਸ਼ ਨੂੰ ਵੇਚ ਦਿੰਨੇ ਆ, ਉਹਨੂੰ ਅਸੀਂ ਕਹਿੰਦੇ ਆ ਸਰਪਲਸ। ਉਹਦਾ ਸੰਤੁਲਨ ਬਣਾਉਣਾ ਤੇ ਨਿਰਯਾਤ ਨੂੰ ਵਧਾਉਣਾ, ਜਿੰਨਾ ਵੱਧ ਅਸੀਂ ਨਿਰਯਾਤ ਵੱਧ ਤੋਂ ਵੱਧ ਕਰ ਸਕਦੇ ਆ ਉਹ ਕਰੀਏ। ਇਸ ਚੀਜ਼ ਨੂੰ ਨਿਰਯਾਤ ਨੂੰ ਵਧਾਉਣਾ। ਠੀਕ ਹੈ ਬਈ। ਨਿਰਯਾਤ ਵਧਣ ਨਾਲ ਕਿਸੇ ਦੇਸ਼ ਦਾ ਘਰੇਲੂ ਉਤਪਾਦ ਵੱਧਦਾ ਹੈ ਜਿਸ ਨਾਲ ਘਰੇਲੂ ਆਮਦਨ ਅਤੇ ਰੁਜ਼ਗਾਰ ਵਿੱਚ ਵਾਧਾ ਹੁੰਦਾ ਹੈ। ਜਿਸ ਦੇਸ਼ ਦਾ ਜਿੰਨਾ ਨਿਰਯਾਤ ਵਧੇਗਾ ਉਹਦਾ ਘਰੇਲੂ ਦੇਸ਼ ਨੂੰ ਕੀ ਫਾਇਦਾ ਹੋਏਗਾ ਕਿ ਜਿਹੜੀ ਉਸ ਚੀਜ਼ ਦੀ ਪੈਦਾਵਾਰ ਹੋਰ ਵਧੇਗੀ ਤੇ ਉਨੇ ਹੀ ਜ਼ਿਆਦਾ ਲੋਕਾਂ ਨੂੰ ਕੰਮ ਮਿਲੇਗਾ ਤੇ ਉਨੀ ਹੀ ਆਮਦਨ ਆਏਗੀ, ਪ੍ਰੋਫਿਟ ਹੋਏਗਾ, ਲਾਭ ਹੋਏਗਾ ਦੇਸ਼ ਨੂੰ। ਹੁਣ ਫੋਰਨ ਟ੍ਰੇਡ ਪਾਲਿਸੀ 2015-20 ਕੀ ਹੈ? ਵਿਦੇਸ਼ੀ ਵਪਾਰ ਨੀਤੀ 2015-20। ਇਹ ਬੇਟਾ ਜਿਹੜਾ ਅਸੀਂ ਪਹਿਲਾਂ ਪੜਿਆ ਉਹ ਇਹ ਮੈਂ ਤੁਹਾਨੂੰ ਦੱਸਿਆ ਕਿ ਬੇਸਿਕਲੀ ਫੋਰਨ ਟ੍ਰੇਡ ਪਾਲਿਸੀ ਹੁੰਦੀ ਕੀ ਆ। ਹੁਣ ਇੰਡੀਆ ਜਿਹੜਾ ਆ ਉਹ ਹਰ 5 ਸਾਲਾਂ ਲਈ ਵਿਦੇਸ਼ੀ ਵਪਾਰ ਨੀਤੀ ਜਿਹੜੀ ਆ ਉਹ ਬਣਾਉਂਦਾ ਆ ਤੇ ਜਿਹੜੀ 2015 ਤੇ 2020 5 ਸਾਲਾਂ ਲਈ ਜਿਹੜੀ ਇਹ ਵਿਦੇਸ਼ੀ ਵਪਾਰ ਨੀਤੀ ਬਣਾਈ ਗਈ ਆ ਉਹਦੇ ਵਿੱਚ ਕੀ ਮੇਨ ਪੁਆਇੰਟ ਆ, ਉਹ ਕੀ ਆ, ਇਹ ਸਾਰਾ ਆਪਾਂ ਹੁਣ ਪੜਾਂਗੇ।
ਵਿਦੇਸ਼ੀ ਵਪਾਰ ਨੀਤੀ ਨੂੰ ਹਰ 5 ਸਾਲ ਵਿੱਚ ਸੋਧਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਦਾ ਉਦੇਸ਼ ਨਿਰਯਾਤ ਸਮਰੱਥਾ ਨੂੰ ਵਿਕਸਿਤ ਕਰਨਾ, ਨਿਰਯਾਤ ਦੀ ਕਾਰਗੁਜ਼ਾਰੀ ਅਤੇ ਢਾਂਚੇ ਵਿੱਚ ਸੁਧਾਰ ਕਰਨਾ ਅਤੇ ਵਿਦੇਸ਼ੀ ਵਪਾਰ ਨੂੰ ਉਤਸ਼ਾਹਿਤ ਕਰਨਾ ਹੁੰਦਾ ਹੈ। ਜਿਹੜੀ ਵਿਦੇਸ਼ੀ ਵਪਾਰ ਨੀਤੀ ਆ ਹਰ 5 ਸਾਲ ਬਾਅਦ ਅਸੀਂ ਉਹਦੇ ਵਿੱਚ ਕੁਝ ਚੇਂਜਸ ਕਰ ਸਕਦੇ ਹਾਂ ਜ਼ਰੂਰਤ ਦੇ ਹਿਸਾਬ ਨਾਲ, ਅਤੇ ਇਹਦਾ ਉਦੇਸ਼ ਨਿਰਯਾਤ ਸਮਰੱਥਾ ਨੂੰ ਵਿਕਸਿਤ ਕਰਨਾ ਹੁੰਦਾ ਆ, ਨਿਰਯਾਤ ਦੀ ਕਾਰਗੁਜ਼ਾਰੀ ਨੂੰ ਵਧੀਆ ਕਰਨਾ ਹੁੰਦਾ ਆ ਤੇ ਨਿਰਯਾਤ ਦੇ ਢਾਂਚੇ ਵਿੱਚ ਸੁਧਾਰ ਕਰਨਾ ਇਹਦਾ ਮੁੱਖ ਉਦੇਸ਼ ਹੁੰਦਾ ਹੈ। ਤੇ ਜਿਹੜਾ ਨਿਰਯਾਤ ਵਿਦੇਸ਼ੀ ਵਪਾਰ ਨੂੰ ਹੋਰ ਵੱਧ ਤੋਂ ਵੱਧ ਵਧੀਆ ਬਣਾਉਣਾ ਵੀ ਇਹਦਾ ਇੱਕ ਉਦੇਸ਼ ਆ। ਵਿਦੇਸ਼ੀ ਵਪਾਰ ਨੀਤੀ ਜਿਹਨੂੰ ਅਸੀਂ FTP ਕਹਿ ਸਕਦੇ ਹਾਂ, ਇਹਦਾ ਮਤਲਬ ਹੈ ਫੋਰਨ ਟ੍ਰੇਡ ਪਾਲਿਸੀ। FTP 2015-2020 ਦਾ ਉਦਘਾਟਨ ਸ਼੍ਰੀਮਤੀ ਨਿਰਮਲਾ ਸੀਤਾਰਮਨ ਵਣਜ ਅਤੇ ਉਦਯੋਗ ਰਾਜ ਮੰਤਰੀ ਨੇ ਜੋ ਉਹਨਾਂ ਨੇ ਕੀਤਾ ਸੀ। ਭਾਰਤ ਸਰਕਾਰ ਨੇ ਇਹ ਪਾਲਿਸੀ ਜਿਹੜੀ ਆ 1 ਅਪ੍ਰੈਲ 2015 ਨੂੰ ਕੀਤਾ। ਵਿਦੇਸ਼ੀ ਵਪਾਰ ਨੀਤੀ ਦੇ ਮੁੱਖ ਤੱਥ ਹੇਠ ਲਿਖੇ ਅਨੁਸਾਰ ਹਨ, ਭਾਵ ਇਹਦੇ ਮੇਨ ਹਾਈਲਾਈਟਸ। ਜਿਹੜੀ ਵਿਦੇਸ਼ੀ ਵਪਾਰ ਨੀਤੀ ਹੈ ਉਹ ਬਹੁਤ ਡਿਟੇਲ 'ਚ ਹੁੰਦੀ ਆ, ਉਹ 2-3 ਕਿਤਾਬਾਂ ਦੇ ਵਿੱਚ ਉਹਦੀ ਡਿਟੇਲ ਲਿਖੀ ਹੁੰਦੀ ਹੈ, ਬਟ ਅਸੀਂ ਤੁਹਾਨੂੰ ਇਹਦੇ ਮੇਨ ਫੀਚਰਸ ਹਾਈਲਾਈਟਸ ਹੀ ਦੱਸਾਂਗੇ ਕਿ ਇਹਦੇ ਵਿੱਚ ਸਰਕਾਰ ਨੇ ਕੀ ਇੰਪੋਰਟ ਐਕਸਪੋਰਟ ਲਈ ਕੀ ਜਿਹੜੀਆਂ ਸ਼ਰਤਾਂ ਆ ਜਾਂ ਕੁਝ ਸੀਮਾਵਾਂ ਫਿਕਸ ਕੀਤੀਆਂ ਆ, ਉਹ ਆਪਾਂ ਹਾਈਲਾਈਟਸ ਹੀ ਡਿਸਕਸ ਕਰਾਂਗੇ। ਇਹੀ ਤੁਸੀਂ ਇਹ ਬੇਟਾ ਜਿਹੜੀ ਫੋਰਨ ਟ੍ਰੇਡ ਪਾਲਿਸੀ ਹੁੰਦੀ ਹੈ, ਕਿਸੇ ਦੇਸ਼ ਦੀ ਨੀਤੀ ਹੁੰਦੀ ਹੈ, ਇਹ ਜਿਵੇਂ ਹੁਣ ਭਾਰਤ ਦੀ ਅਸੀਂ ਪੜ੍ਹ ਰਹੇ ਹਾਂ, ਤੇ ਇਹਦੇ ਵਿੱਚ ਅਸੀਂ ਆਪਣੇ ਕੋਲੋਂ ਕੁਝ ਨਹੀਂ ਲਿਖ ਸਕਦੇ। ਜੋ ਸਰਕਾਰ ਨੇ ਫਿਕਸ ਕੀਤਾ ਆ ਅਸੀਂ ਉਹਨੂੰ ਹੀ ਲਿਖ ਸਕਦੇ ਹਾਂ, ਇਹਦੇ ਵਿੱਚ ਕੁਝ ਚੇਂਜਸ ਆਪਣੇ ਅਕੋਰਡਿੰਗ ਅਸੀਂ ਨਹੀਂ ਕਰ ਸਕਦੇ। ਪਹਿਲਾ ਜਿਹੜਾ ਅਸੀਂ ਹਾਈਲਾਈਟ ਆ ਉਹ ਮੈਂ ਪੜਾਂਗੀ। ਵਿਦੇਸ਼ੀ ਵਪਾਰ ਨੀਤੀ 2015-20 ਮੇਕ ਇਨ ਇੰਡੀਆ ਪ੍ਰੋਗਰਾਮ ਦੇ ਅਨੁਸਾਰ ਦੇਸ਼ ਵਿੱਚ ਵਸਤਾਂ ਅਤੇ ਸੇਵਾਵਾਂ ਦੇ ਨਿਰਯਾਤ ਦੇ ਨਾਲ-ਨਾਲ ਰੁਜ਼ਗਾਰ ਦੀ ਸਿਰਜਣਾ ਅਤੇ ਕਦਰ ਵਧਾਉਣ ਲਈ ਇੱਕ ਢਾਂਚਾ ਪ੍ਰਦਾਨ ਕਰਦੀ ਹੈ। ਮਤਲਬ ਜਿਹੜੀ FTP 2015-20 ਆ, ਇਹ ਸਰਕਾਰ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਅਨੁਸਾਰ ਵਸਤਾਂ ਮਤਲਬ ਚੀਜ਼ਾਂ ਤੇ ਸੇਵਾਵਾਂ ਦੇ ਨਿਰਯਾਤ ਦੇ ਨਾਲ-ਨਾਲ ਰੁਜ਼ਗਾਰ ਨੂੰ ਸਿਰਜਣਾ ਮਤਲਬ ਪੈਦਾ ਕਰਨਾ ਤੇ ਵਧਾਉਣਾ ਅਤੇ ਕਦਰ ਵਧਾਉਣਾ, ਇਹਦੇ ਜਿਹੜੇ ਇਹਦਾ ਇਹ ਢਾਂਚਾ ਪ੍ਰਦਾਨ ਕਰਦੀ ਹੈ। ਦੂਸਰਾ ਪੁਆਇੰਟ ਅਸੀਂ ਪੜਾਂਗੇ, ਵਿਦੇਸ਼ੀ ਵਪਾਰ ਨੀਤੀ ਦਾ ਉਦੇਸ਼ ਭਾਰਤ ਦੀਆਂ ਚੁਣੌਤੀਆਂ ਦਾ ਪ੍ਰਤੀਕਰਮ ਕਰਨ ਦੇ ਯੋਗ ਬਣਾਉਣਾ ਤੇ ਤੇਜ਼ੀ ਨਾਲ ਵਿਕਸਤ ਹੋਣ ਵਾਲੇ ਅੰਤਰਰਾਸ਼ਟਰੀ ਵਪਾਰਕ ਆਰਕੀਟੈਕਟ ਵਿੱਚ ਕਦਮ ਰੱਖਦਿਆਂ ਵਪਾਰ ਦੇ ਆਰਥਿਕ ਵਿਕਾਸ ਅਤੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਣਾ ਹੈ। ਭਾਵ ਜਿਹੜੀਆਂ ਸਾਨੂੰ ਇੰਪੋਰਟ ਐਕਸਪੋਰਟ ਦੇ ਵਿੱਚ ਕਠਿਨਾਈਆਂ ਆਉਂਦੀਆਂ ਆ ਉਹਨਾਂ ਨੂੰ ਘੱਟ ਕਰਨਾ ਇਹਦਾ ਮੇਨ ਮੋਟਿਵ ਆ, ਤੇ ਜਿਹੜਾ ਅੰਤਰਰਾਸ਼ਟਰੀ ਵਪਾਰ ਆ ਉਹਨੂੰ ਹੋਰ ਵਧੀਆ ਬਣਾਉਣਾ ਤੇ ਦੇਸ਼ ਦੀ ਆਰਥਿਕ ਹਾਲਤ ਵਿੱਚ ਸੁਧਾਰ ਕਰਨਾ ਜਾਂ ਉਹਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਣਾ ਇਹਦਾ ਮੁੱਖ ਉਦੇਸ਼ ਹੈ। FTP 2015-2020 ਨੇ 2 ਨਵੀਆਂ ਯੋਜਨਾਵਾਂ ਪੇਸ਼ ਕੀਤੀਆਂ, ਅਰਥਾਤ ਨਿਰਯਾਤ ਬਾਜ਼ਾਰਾਂ ਵਿੱਚ ਨਿਰਧਾਰਿਤ ਚੀਜ਼ਾਂ ਦੀ ਨਿਰਯਾਤ ਲਈ ਮਰਚੈਂਡਾਈਜ਼ ਐਕਸਪੋਰਟ ਇੰਡੀਆ ਸਕੀਮ, ਜਿਹਨੂੰ ਅਸੀਂ ਸ਼ਾਰਟ ਫਾਰਮ 'ਚ MEIS ਕਹਿੰਦੇ ਹਾਂ, ਅਤੇ ਨੋਟੀਫਾਈਡ ਸੇਵਾਵਾਂ ਦੇ ਨਿਰਯਾਤ ਨੂੰ ਵਧਾਉਣ ਲਈ ਸਰਵਿਸ ਐਕਸਪੋਰਟ ਇੰਡੀਆ ਸਕੀਮ, ਜਿਹਨੂੰ ਅਸੀਂ SEIS ਕਹਿੰਦੇ ਹਾਂ। ਪਿਆਰੇ ਬੱਚਿਓ, ਇਹ ਜਿਹੜੀਆਂ ਸੇਵਾਵਾਂ ਇਹ ਕੀ ਹੁੰਦੀਆਂ ਆ, ਜਦੋਂ ਕੋਈ ਵੀ ਬੰਦਾ ਕੁਛ ਨਿਰਯਾਤ ਕਰਦਾ ਆ ਤਾਂ ਉਸ ਨਿਰਯਾਤ ਦੇ ਉੱਪਰ ਸਾਨੂੰ ਕੁਛ ਲਾਭ ਮਿਲਦਾ ਹੈ ਸਰਕਾਰ ਵੱਲੋਂ, ਉਹਨੂੰ ਅਸੀਂ ਮਰਚੈਂਡਾਈਜ਼ ਐਕਸਪੋਰਟ ਇੰਡੀਆ ਸਕੀਮ ਦੇ ਤਹਿਤ ਅਵੇਲ ਕਰਦੇ ਹਾਂ। ਕਿੱਦਾਂ? ਮੰਨ ਲਓ ਅਸੀਂ 15 ਕਰੋੜ ਦਾ ਨਿਰਯਾਤ ਕੀਤਾ, ਦੂਸਰੇ ਦੇਸ਼ ਨੂੰ ਅਸੀਂ ਕੁਛ 15 ਕਰੋੜ ਦਾ ਵੇਚ ਦਿੱਤਾ, ਉਹਦੇ ਤੇ ਮੰਨ ਲਓ ਸਾਨੂੰ 4% ਜਿਹੜਾ ਆ ਉਹਦਾ ਇੱਕ ਸਰਟੀਫਿਕੇਟ ਮਿਲ ਗਿਆ ਕਿ ਜੇ ਤੁਸੀਂ ਫਿਊਚਰ ਦੇ ਵਿੱਚ ਕੋਈ ਵੀ ਚੀਜ਼ ਵੇਚਦੇ ਆ ਆਯਾਤ ਕਰਦੇ ਆ ਮਤਲਬ ਖਰੀਦਦੇ ਆ ਤੇ 4% ਜਿਹੜੀ ਕੀਮਤ ਆ
ਉਹ ਤੁਹਾਡੀ ਲੈਸ ਹੋ ਜਾਏਗੀ। ਜੇ ਅਸੀਂ ਚੀਜ਼ਾਂ ਵੇਚਦੇ ਹਾਂ ਤੇ MEIS ਸਰਟੀਫਿਕੇਸ਼ਨ ਮਿਲਦੀ ਆ, ਤੇ ਜੇ ਅਸੀਂ ਸੇਵਾਵਾਂ ਵੇਚਦੇ ਹਾਂ ਤੇ SEIS ਸਰਵਿਸ ਸਾਨੂੰ ਮਿਲਦੀ ਆ। M ਦਾ ਮਤਲਬ ਮਰਚੈਂਡਾਈਜ਼ਡ ਭਾਵ ਚੀਜ਼ਾਂ ਦੇ ਲਈ ਵਰਤਿਆ ਆ, ਤੇ S ਮਤਲਬ ਸਰਵਿਸਿਜ਼ ਲਈ ਵਰਤਿਆ ਆ। ਫਰੰਟ ਜਿਹੜਾ ਫਸਟ ਜਿਹੜਾ ਅਲਫਾਬੈਟ ਆ। ਮਰਚੈਂਡਾਈਜ਼ ਐਕਸਪੋਰਟ ਇੰਡੀਆ ਸਕੀਮ ਅਧੀਨ ਜਾਰੀ ਡਿਊਟੀ ਸਕ੍ਰਿਪਟਾਂ ਅਤੇ ਇਹਨਾਂ ਸਕ੍ਰਿਪਟਾਂ ਦੇ ਵਿਰੁੱਧ ਆਯਾਤ ਕੀਤਾ ਮਾਲ ਪੂਰੀ ਤਰ੍ਹਾਂ ਟਰਾਂਸਫਰਯੋਗ ਹੈ। ਜੋ ਮੈਂ ਤੁਹਾਨੂੰ ਗੱਲ ਦੱਸੀ ਕਿ ਜੇ ਅਸੀਂ ਨਿਰਯਾਤ ਕਰਦੇ ਹਾਂ ਤੇ ਮਤਲਬ ਅਸੀਂ 15 ਕਰੋੜ ਦਾ ਨਿਰਯਾਤ ਕੀਤਾ, ਉਹਦੇ ਤੇ 4% ਸਾਨੂੰ 15 ਕਰੋੜ ਤੇ 4% ਦਾ ਸਾਨੂੰ ਸਰਟੀਫਿਕੇਟ ਮਿਲ ਗਿਆ। ਤੇ ਜਦੋਂ ਅਸੀਂ ਆਯਾਤ ਕਰਾਂਗੇ ਤੇ ਉਹ ਜਿਹੜਾ ਸਾਡਾ 4% ਮੰਨ ਲਓ ਆਯਾਤ ਸਾਡਾ ਹੋਇਆ, ਜਿਹੜਾ ਅਸੀਂ ਦੂਸਰੇ ਦੇਸ਼ ਤੋਂ ਚੀਜ਼ ਖਰੀਦ ਰਹੇ ਹਾਂ ਉਹ 18 ਕਰੋੜ ਦੀ ਖਰੀਦ ਰਹੇ ਹਾਂ, ਤੇ ਉਹਦੇ 18 ਕਰੋੜ ਉੱਪਰ ਜਿਹੜਾ 4% ਸਾਨੂੰ ਸਰਟੀਫਿਕੇਟ ਮਿਲਿਆ ਹੋਇਆ ਆ ਉਹ ਉਹਦੇ ਚੋਂ ਲੈਸ ਹੋ ਜਾਏਗਾ, ਤੇ ਸਾਨੂੰ ਜਿਹੜੀ ਬਾਕੀ ਬਚਦੀ ਰਕਮ ਆ ਉਹੀ ਪੇ ਕਰਨੀ ਪਏਗੀ। ਮਤਲਬ ਉਹ ਟਰਾਂਸਫਰਯੋਗ ਆ, ਭਾਵ ਉਹਦੇ ਨਾਲ ਟਰਾਂਸਫਰ ਹੋਏਗਾ। ਨੰਬਰ 5 ਹੈ ਮਰਚੈਂਡਾਈਜ਼ ਐਕਸਪੋਰਟ ਇੰਡੀਆ ਸਕੀਮ ਦੇ ਅਧੀਨ ਲਾਭ ਦੇਣ ਲਈ ਦੇਸ਼ਾਂ ਨੂੰ ਸ਼੍ਰੇਣੀਬੱਧ ਕੀਤਾ ਗਿਆ ਹੈ, ਜੋ ਕਿ MEIS ਅਧੀਨ ਲਾਭ ਦੀਆਂ ਦਰਾਂ 2% ਤੋਂ 5% ਹੁੰਦੀਆਂ ਹਨ, ਅਤੇ SEIS ਅਧੀਨ ਚੁਣੀਆਂ ਗਈਆਂ ਸੇਵਾਵਾਂ ਨੂੰ 3% ਤੋਂ 5% ਤੱਕ ਲਾਭ ਦਿੱਤਾ ਜਾਵੇਗਾ। ਜਿਹੜੀ ਸਾਡੀ MEIS ਸਕੀਮ ਆ, ਇਹਦੇ ਅਧੀਨ ਕੁਝ ਜਿਹੜੇ ਦੇਸ਼ ਆ 4 ਜਾਂ 5 ਦੇਸ਼, ਉਹਨਾਂ ਨੂੰ ਸ਼੍ਰੇਣੀਬੱਧ ਕਰ ਦਿੱਤਾ ਜਾ। ਹੁਣ ਇੱਥੇ 4-5 ਦੇਸ਼ਾਂ ਨੂੰ ਸ਼੍ਰੇਣੀਬੱਧ ਕਰਨ ਦਾ ਕੀ ਮਤਲਬ ਆ ਕਿ 4-5 ਦੇਸ਼ ਮੰਨ ਲਓ ਇੱਕ ਦਾ ਗਰੁੱਪ ਬਣ ਗਿਆ। ਜੇ ਉਹ ਆਪਸ ਦੇ ਵਿੱਚ ਇੰਪੋਰਟ ਐਕਸਪੋਰਟ ਕਰਦੇ ਆ ਤੇ ਉਹਨਾਂ ਦੇਸ਼ਾਂ ਦਾ ਆਪਸ 'ਚ ਜਿਹੜੇ 4 ਜਾਂ 5 ਦੇਸ਼ ਦਾ ਗਰੁੱਪ ਬਣਿਆ ਆ, ਉਹਨਾਂ ਦਾ ਆਪਸ ਵਿੱਚ ਜਦੋਂ ਬਿਜ਼ਨਸ ਹੋਏਗਾ ਉਹਦੇ ਉੱਪਰ ਜੇ ਉਹ ਚੀਜ਼ਾਂ ਵੇਚਦੇ ਆ, ਕੋਈ ਨਿਰਯਾਤ ਕੀਤਾ ਜਾਂਦਾ ਚੀਜ਼ਾਂ ਦਾ, ਤਾਂ ਉਹਨਾਂ ਨੂੰ 2% ਤੋਂ 5% ਦੀਆਂ ਦਰਾਂ ਜਿਹੜੀਆਂ ਆ ਉਹਦੀ ਸਰਟੀਫਿਕੇਸ਼ਨ ਮਿਲੇਗੀ, ਜਿਹੜੀ MEIS ਦੀ ਹੋਏਗੀ, ਤੇ ਜਿਹੜੀਆਂ ਸੇਵਾਵਾਂ ਆ ਉਹਦੇ ਤੇ 3% ਤੋਂ 5% ਤੱਕ ਦਾ ਲਾਭ ਮਿਲੇਗਾ। ਸਾਡਾ 6ਵਾਂ ਪੁਆਇੰਟ ਆ EPCG ਐਕਸਪੋਰਟ ਪ੍ਰਮੋਸ਼ਨ ਕੈਪੀਟਲ ਗੁੱਡਸ ਸਕੀਮ ਅਧੀਨ ਦੇਸ਼ੀ ਨਿਰਮਾਤਾਵਾਂ ਕੋਲੋਂ ਪੂੰਜੀਗਤ ਸਮਾਨ ਦੀ ਖਰੀਦ ਨੂੰ ਠੱਲ ਪਾਉਣ ਲਈ ਉਪਾਅ ਅਪਣਾਏ ਗਏ ਹਨ, ਤਾਂ ਜੋ ਨਿਰਯਾਤ ਦੀ ਖਾਸ ਜ਼ਿੰਮੇਵਾਰੀ ਨੂੰ ਆਮ ਨਿਰਯਾਤ ਜ਼ਿੰਮੇਵਾਰੀ ਦੇ 75% ਤੱਕ ਘਟਾ ਕੇ ਕੀਤਾ ਜਾਵੇ। ਇਹ ਇੱਕ ਸਕੀਮ ਆ ਜਿਹਦੇ ਤਹਿਤ ਜੇ ਅਸੀਂ ਜਿੱਦਾਂ ਜਿਹੜੀ MEIS ਸਕੀਮ ਸੀ ਉਹਦੇ ਉੱਪਰ ਜਦੋਂ ਅਸੀਂ ਵਪਾਰ ਕਰਦੇ ਆ, ਜਿੱਦਾਂ ਮੰਨ ਲਓ ਅਸੀਂ ਵਪਾਰ ਕੀਤਾ 15 ਕਰੋੜ ਦਾ, ਤਾਂ ਸਾਨੂੰ ਸਰਟੀਫਿਕੇਸ਼ਨ ਮਿਲਿਆ 2 ਤੋਂ 5% ਦਾ। ਪਰ ਜਿਹੜੀ ਐਕਸਪੋਰਟ ਪ੍ਰਮੋਸ਼ਨ ਕੈਪੀਟਲ ਗੁੱਡਸ ਆ, ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਆ, ਇਹ ਕੀ ਹੁੰਦਾ ਹੈ, ਮੰਨ ਲਓ ਅਸੀਂ ਫਿਊਚਰ ਦੇ ਵਿੱਚ ਨਿਰਯਾਤ ਕਰਨਾ, ਤੇ ਉਹ ਨਿਰਯਾਤ ਕਰਨ ਦੇ ਲਈ ਅਸੀਂ ਘਰ ਦੇ ਆਪਣੇ ਦੇਸ਼ ਦੇ ਵਿੱਚ ਉਹ ਚੀਜ਼ਾਂ ਪੈਦਾ ਕਰਨੀਆਂ, ਤੇ ਪੈਦਾ ਕਰਨ ਦੇ ਲਈ ਉਹ ਜਿਹੜੀਆਂ ਚੀਜ਼ਾਂ ਆ ਉਹ ਪੈਦਾ ਕਰਨ ਦੇ ਲਈ ਸਾਨੂੰ ਮਸ਼ੀਨਾਂ ਦੀ ਲੋੜ ਆ, ਤੇ ਉਹ ਜਿਹੜੀਆਂ ਮਸ਼ੀਨਾਂ ਆ ਅਸੀਂ ਬਾਹਰਲੇ ਦੇਸ਼ ਤੋਂ ਖਰੀਦ ਰਹੇ ਆ। ਤੇ ਜਦੋਂ ਅਸੀਂ ਬਾਹਰਲੇ ਦੇਸ਼ ਤੋਂ ਖਰੀਦਾਂਗੇ ਤੇ ਉਹਨਾਂ ਜਿੰਨੇ ਦੀ ਅਸੀਂ ਖਰੀਦ ਕੀਤੀ ਆ ਉਹਦਾ ਓਨਾ ਹੀ ਘਰ ਦੇ ਵਿੱਚ ਸਮਾਨ ਬਣਾ ਕੇ ਅਸੀਂ ਬਾਹਰ ਵੇਚਣਾ ਆ। ਮਤਲਬ ਉਹ 100% ਨਹੀਂ ਵੇਚਣਾ ਕਿ ਜਿੰਨੇ ਦੀਆਂ ਮਸ਼ੀਨਾਂ ਖਰੀਦੀਆਂ ਓਨਾ ਹੀ ਨਹੀਂ ਵੇਚਣਾ, ਉਹ ਅਸੀਂ ਖਰੀਦਿਆ 100% ਤੇ ਆ, ਪਰ ਅਸੀਂ ਜਿਹੜੀਆਂ ਚੀਜ਼ਾਂ ਬਣਾ ਕੇ ਵੇਚਣੀਆਂ, ਨਿਰਯਾਤ ਕਰਨਾ, ਉਹ 75% ਦਾ ਕਰਨਾ ਹੈ। ਮੰਨ ਲਓ ਅਸੀਂ 100 ਰੁਪਏ ਦੀ ਮਸ਼ੀਨ ਖਰੀਦੀ ਹੈ ਤੇ 75 ਰੁਪਏ ਦੀਆਂ ਸਮਾਨ ਬਣਾ ਕੇ ਅਸੀਂ ਨਿਰਯਾਤ ਕਰਨਾ ਆ, ਦੂਸਰੇ ਦੇਸ਼ ਨੂੰ ਵੇਚਣਾ ਆ। ਠੀਕ ਹੈ ਬੇਟਾ। ਰੱਖਿਆ ਅਤੇ ਹਾਈਟੈਕ ਆਈਟਮਾਂ ਦੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਕਦਮ ਚੁੱਕੇ ਗਏ ਹਨ। ਭਾਵ ਰੱਖਿਆ ਜਿਵੇਂ ਹਥਿਆਰ ਹੋ ਗਏ ਜਾਂ ਬੰਬ ਹੋ ਗਏ, ਹਾਈਟੈਕ ਆਈਟਮਾਂ ਜਿਵੇਂ ਟੈਕਨੋਲੋਜੀ, ਇਨਫੋਰਮੇਸ਼ਨ ਟੈਕਨੋਲੋਜੀ ਨਾਲ ਰਿਲੇਟਡ ਆਈਟਮਸ, ਜਦੋਂ ਅਸੀਂ ਉਹਨਾਂ ਦਾ ਨਿਰਯਾਤ ਕਰਾਂਗੇ ਤਾਂ ਉਹਦੇ ਲਈ ਸਾਨੂੰ ਕੁਝ ਵਿਸ਼ੇਸ਼ ਜਿਹੜੇ ਆ ਉਹ ਪ੍ਰੋਫਿਟਸ ਮਿਲਣਗੇ।
ਪਿਆਰੇ ਬੱਚੇ, ਇੱਕ ਗੱਲ ਤੁਸੀਂ ਹਮੇਸ਼ਾ ਦਿਮਾਗ 'ਚ ਰੱਖਣੀ ਹੈ ਕਿ ਜਦੋਂ ਵੀ ਕੋਈ ਜਿਵੇਂ ਇੰਡੀਆ ਵਿੱਚੋਂ ਕੋਈ ਵੀ ਬੰਦਾ ਨਿਰਯਾਤ ਕਰੂਗਾ ਤਾਂ ਉਹਨੂੰ ਸਰਕਾਰ ਬਹੁਤ ਸਾਰੇ ਬੈਨੀਫਿਟਸ ਦਿੰਦੀ ਹੈ, ਪਰ ਉਹਦੇ ਉਲਟ ਜਦੋਂ ਆਯਾਤ ਕੀਤਾ ਜਾਂਦਾ ਤਾਂ ਉਹਨੂੰ ਬਹੁਤ ਸਾਰੇ ਟੈਕਸ ਪੇ ਕਰਨੇ ਪੈਂਦੇ ਆ। ਉਹਦਾ ਕਾਰਨ ਇਹ ਹੁੰਦਾ ਹੈ ਕਿ ਨਿਰਯਾਤ ਵਧੇ ਤੇ ਆਯਾਤ ਸਾਨੂੰ ਘੱਟ ਹੀ ਕਰਨਾ ਪਵੇ। ਅਸੀਂ 8ਵਾਂ ਪੁਆਇੰਟ ਪੜ੍ਹਦੇ ਹਾਂ। ਈ ਕਮਰਸ ਹੈਂਡਲੂਮ ਉਤਪਾਦ, ਕਿਤਾਬਾਂ, ਪੱਤਰ, ਚਮੜੇ ਦੇ ਜੁੱਤੇ, ਖਿਡੌਣੇ, ਕਸਟਮਾਈਜ਼ਡ ਫੈਸ਼ਨ ਕੱਪੜੇ ਆਦਿ ਕੋਰੀਅਰ ਜਾਂ ਵਿਦੇਸ਼ੀ ਡਾਕਘਰ ਦੁਆਰਾ ਵੀ MIES ਜਿਹੜੀ 25,000 ਰੁਪਏ ਦੇ ਮੁੱਲ ਤੱਕ ਪ੍ਰਾਪਤ ਕਰਨ ਦੇ ਯੋਗ ਹੋਣਗੇ। ਭਾਵ ਸਾਨੂੰ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹ ਜਿਹੜੀਆਂ ਇਸ ਲਾਈਨ ਦੇ ਵਿੱਚ ਮੈਂ ਪੜ੍ਹੀਆਂ, ਹੈਂਡਲੂਮ ਉਤਪਾਦ, ਕਿਤਾਬਾਂ, ਪੱਤਰ, ਚਮੜੇ ਦੇ ਜੁੱਤੇ, ਖਿਡੌਣੇ, ਕਸਟਮਾਈਜ਼ ਫੈਸ਼ਨ ਕੱਪੜੇ ਆਦਿ ਦਾ ਜੇ ਅਸੀਂ ਕੋਰੀਅਰ ਬਾਹਰਲੇ ਦੇਸ਼ ਤੋਂ ਮੰਗਵਾਉਂਦੇ ਆ ਤੇ ਉਹਦਾ ਜਿਹੜਾ ਪ੍ਰਾਈਸ ਆ ਜੇ ਉਹ 25,000 ਰੁਪਏ ਤੱਕ ਆ ਤੇ ਉਹ ਕੋਰੀਅਰ ਦੇ ਥਰੂ ਵੀ ਆ ਸਕਦਾ ਆ ਤੇ ਉਹ ਡਾਕਘਰ ਦੇ ਥਰੂ ਵੀ ਆ ਸਕਦਾ। ਜ਼ਰੂਰੀ ਨਹੀਂ ਉਹ ਸਾਨੂੰ ਸ਼ਿਪਮੈਂਟ ਮਤਲਬ ਸ਼ਿਪ ਦੇ ਥਰੂ ਹੀ ਉਹ ਚੀਜ਼ਾਂ ਆ ਸਕਦੀਆਂ, ਪਰ ਉਹਦੀ ਲਿਮਿਟ ਆ ਕੇ 25,000 ਰੁਪਏ ਦਾ ਹੀ ਉਹ ਸਮਾਨ ਹੋਵੇ, ਉਹ ਅਸੀਂ ਆਯਾਤ ਨਿਰਯਾਤ ਕਰ ਸਕਦੇ ਹਾਂ। ਇਹ ਜਿਹੜੀਆਂ ਇਸ ਲਾਈਨ ਦੇ ਵਿੱਚ ਚੀਜ਼ਾਂ ਸਿਰਫ ਇਹ। 9ਵਾਂ ਪੁਆਇੰਟ ਪੜ੍ਹਨ ਜਾ ਰਹੀ ਹਾਂ। ਨਿਰਮਾਤਾ ਜੋ ਸਟੇਟਸ ਹੋਲਡਰ ਵੀ ਹਨ ਹੁਣ ਆਪਣੀਆਂ ਚੀਜ਼ਾਂ ਨੂੰ ਸਵੈ ਪ੍ਰਮਾਣਿਤ ਕਰਨ ਦੇ ਯੋਗ ਵੀ ਹੋਣਗੇ। ਭਾਰਤ ਤੋਂ ਮੂਲ ਰੂਪ ਵਿੱਚ ਦੋ ਪੱਖੀ ਅਤੇ ਖੇਤਰੀ ਵਪਾਰ ਸਮਝੌਤਿਆਂ ਦੇ ਤਹਿਤ ਤਰਜੀਹ ਦਿੱਤੀ ਗਈ ਹੈ, ਜਿਸ ਦਾ ਉਦੇਸ਼ ਯੋਗਤਾ ਪੈਦਾ ਕਰਨਾ ਤੇ ਇਹ ਮਨਜ਼ੂਰਸ਼ੁਦਾ ਐਕਸਪੋਰਟ ਸਿਸਟਮ ਨਿਰਮਾਤਾ ਅਤੇ ਨਿਰਯਾਤ ਕਰਨ ਵਾਲਿਆਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਤੇਜ਼ੀ ਨਾਲ ਪਹੁੰਚਣ ਵਿੱਚ ਮਦਦ ਕਰਨਗੇ। ਇਹ ਬੱਚੋ ਥੋੜਾ ਜਿਹਾ ਟੈਕਨੀਕਲ ਪੁਆਇੰਟ ਆ, ਤੁਸੀਂ ਇਹਨੂੰ ਧਿਆਨ ਨਾਲ ਸਮਝੋ। ਨਿਰਮਾਤਾ ਮਤਲਬ ਮੈਨੂਫੈਕਚਰਰ, ਉਹ ਸਟੇਕ ਹੋਲਡਰ ਵੀ ਆ, ਮਤਲਬ ਕੁਛ ਕੈਟਾਗਰੀਜ਼ ਇੱਦਾਂ ਦੀਆਂ ਆ ਜਿਹੜੇ ਐਕਸਪੋਰਟਰ ਆ, ਜਿਵੇਂ ਹੁਣ ਮੰਨ ਲਓ ਜਵੈਲਸ, ਹੀਰੇ ਜਵਾਹਰਾਤ ਜਿਹੜੇ ਲੋਕ ਨਿਰਯਾਤ ਕਰਦੇ ਆ ਉਹ ਬਹੁਤ ਜ਼ਿਆਦਾ ਵੱਡੀ ਅਮਾਊਂਟ ਦੇ ਵਿੱਚ ਨਿਰਯਾਤ ਕਰਦੇ ਆ, ਮਤਲਬ ਕਰੋੜਾਂ ਰੁਪਈਏ ਜਿਹੜੇ ਆ ਉਹਦੇ ਤੇ ਨਿਰਯਾਤ ਕਰਨ ਮਤਲਬ ਕਰੋੜਾਂ ਦਾ ਨਿਰਯਾਤ ਕਰਦੇ ਆ। ਉਹ ਆਪਣੇ ਆਪ ਨੂੰ ਸਵੈ ਪ੍ਰਮਾਣਿਤ ਕਰਦੇ ਆ, ਮਤਲਬ ਸਰਕਾਰ ਨੇ ਉਹਨਾਂ ਨੂੰ ਇਹ ਰਾਈਟ ਦੇ ਦਿੱਤਾ ਕਿ ਤੁਸੀਂ ਆਪਣੀ ਚੀਜ਼ ਨੂੰ ਆਪ ਦੱਸ ਸਕਦੇ ਆ ਵੀ ਇਹ ਸਹੀ ਆ। ਜਿਵੇਂ ਕੋਈ ਸਰਟੀਫਿਕੇਸ਼ਨ ਲੈਂਦੇ ਆ ਕਿ ਸਾਡੀ ਜਿਹੜੀ ਇਹ ਚੀਜ਼ ਆ ਬਿਲਕੁਲ ਠੀਕ ਆ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ, ਉਹ ਅਸੀਂ ਕਿਤੋਂ ਸਰਕਾਰ ਤੋਂ ਸਰਟੀਫਿਕੇਟ ਲੈਂਦੇ ਆ। ਪਰ ਕੁਛ ਜਿਹੜੀਆਂ ਮਹਿੰਗੀਆਂ ਚੀਜ਼ਾਂ ਜਿਹਨਾਂ ਦਾ ਕੁਛ ਕੰਪਨੀਆਂ ਇੱਦਾਂ ਦੀਆਂ ਬੜੀ ਦੇਰ ਤੋਂ ਉਸ ਫੀਲਡ 'ਚ ਬਹੁਤ ਵੱਡੀ ਅਮਾਊਂਟ ਦਾ ਨਿਰਯਾਤ ਕਰ ਰਹੀਆਂ, ਉਹ ਆਪਣੇ ਪ੍ਰੋਡਕਟ ਨੂੰ ਆਪ ਪ੍ਰਮਾਣਿਤ ਕਰ ਸਕਦੀਆਂ ਆ ਤੇ ਇਹ ਜਿਹੜੀਆਂ ਚੀਜ਼ਾਂ ਉਹ ਨਿਰਯਾਤ ਕਰਨਗੇ ਉਹਦੇ ਵਿੱਚ ਦੋ ਪੱਖੀ ਤੇ ਖੇਤਰੀ ਵਪਾਰ ਸਮਝੌਤਿਆਂ ਦੇ ਤਹਿਤ ਤਰਜੀਹ ਉਹਨਾਂ ਨੂੰ ਮਿਲੇਗੀ ਤੇ ਜਿਸ ਦਾ ਉਦੇਸ਼ ਕੀ ਆ, ਯੋਗਤਾ ਪੈਦਾ ਕਰਨਾ ਤੇ ਮਨਜ਼ੂਰਸ਼ੁਦਾ ਐਕਸਪੋਰਟ ਸਿਸਟਮ, ਜਿਹੜਾ ਐਕਸਪੋਰਟ ਦਾ ਸਿਸਟਮ ਆ ਉਹਨੂੰ ਮਨਜ਼ੂਰੀ ਤੇ ਜਿਹੜੇ ਨਿਰਮਾਤਾ ਮਤਲਬ ਮੈਨੂਫੈਕਚਰਰ ਆ, ਜਿਹੜੇ ਉਸ ਚੀਜ਼ ਨੂੰ ਪੈਦਾ ਕਰ ਰਹੇ ਆ ਤੇ ਜਿਹੜੇ ਉਸ ਚੀਜ਼ ਨੂੰ ਨਿਰਯਾਤ ਕਰ ਰਹੇ ਆ, ਉਹਨਾਂ ਦਾ ਉਤਸ਼ਾਹ ਵਧਾਉਣਾ ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਪਹੁੰਚਾਉਣਾ ਇਹਦਾ ਮੁੱਖ ਉਦੇਸ਼ ਹੈ। ਪੁਆਇੰਟ ਪੜ੍ਹਨ ਜਾ ਰਹੀ ਹਾਂ ਮੈਂ। 100% EOU, EHTP, STPI, BTP ਸਕੀਮਾਂ ਅਧੀਨ ਨਿਰਮਾਣ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਇਹਨਾਂ ਲਈ ਇੱਕ ਤੇਜ਼ ਟਰੈਕ ਕਲੀਅਰੈਂਸ ਸਹੂਲਤ ਸ਼ਾਮਿਲ ਹੈ। ਉਹਨਾਂ ਨੂੰ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਸਾਂਝੀਆਂ ਕਰਨ ਦੀ ਆਗਿਆ, ਵਸਤਾਂ ਅਤੇ ਸੇਵਾਵਾਂ ਦੇ ਅੰਤਰ ਇਕਾਈ ਤਬਾਦਲੇ ਦੀ ਆਗਿਆ, ਨਿਰਯਾਤ ਦੀ ਬੰਦਰਗਾਹ ਦੇ ਨੇੜੇ ਗੋਦਾਮ ਸਥਾਪਿਤ ਕਰਨ ਦੀ ਆਗਿਆ, ਸਿਖਲਾਈ ਦੇ ਸਮਾਨ ਲਈ ਡਿਊਟੀ ਮੁਕਤ ਸਾਜੋ ਸਮਾਨ ਦੀ ਵਰਤੋਂ ਕਰਨ ਦੀ ਆਗਿਆ ਹੈ। ਬੇਟਾ ਇਹ ਜਿਹੜੀਆਂ ਮੈਂ ਇੰਗਲਿਸ਼ ਦੇ ਵਿੱਚ 4 ਸਕੀਮਾਂ ਦੇ ਨਾਂ ਲਿਖੇ ਆ, ਇਹਨਾਂ ਦੀਆਂ ਫੁੱਲ ਫਾਰਮਸ ਤੁਸੀਂ ਮੈਂ ਅਗਲੇ ਪੇਜ ਤੇ ਲਿਖੀਆਂ ਆ ਤਾਂ ਕਿ ਤੁਹਾਨੂੰ ਸਮਝ ਆਣ ਕਿ ਇਹ ਕਿਹੜੀਆਂ ਸਕੀਮਾਂ ਆ। ਇਹ ਜਿਹੜੀਆਂ 4 ਸਕੀਮਾਂ ਆ ਇਹ ਇਸ ਲਈ ਬਣਾਈਆਂ ਗਈਆਂ ਆ ਕਿ ਜਿਹੜਾ ਪ੍ਰੋਡਕਸ਼ਨ ਆ ਉਹਨੂੰ ਵਧਾਉਣ ਲਈ ਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਕੋਈ ਸਪੈਸ਼ਲ ਚੀਜ਼ਾਂ ਇਹਦੇ ਅੰਡਰ ਜਿਹੜੀਆਂ ਆ ਸ਼੍ਰੇਣੀਬੱਧ ਕੀਤੀਆਂ ਗਈਆਂ ਆ
ਜਿਨ੍ਹਾਂ ਦੀ ਕਲੀਅਰੈਂਸ ਜਲਦੀ ਹੋ ਜਾਵੇ, ਉਹਦੀ ਕਲੀਅਰੈਂਸ ਦੇ ਵਿੱਚ ਤੇਜ਼ੀ ਆ ਜਾਵੇ, ਉਹਦੇ ਲਈ ਇਹ ਸਹੂਲਤਾਂ ਸ਼ਾਮਿਲ ਕੀਤੀਆਂ ਆ। ਇਹਦੇ ਵਿੱਚ ਕੁਝ ਸਿਲੈਕਟਡ ਆਈਟਮਸ ਹੁੰਦੀਆਂ ਆ, ਉਹਨਾਂ ਜਿਨ੍ਹਾਂ ਦੇ ਆ 4 ਪੁਆਇੰਟ ਮੈਂ ਪੜ੍ਹੇ ਆ ਕਿ ਉਹਨਾਂ ਨੂੰ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਸਾਂਝੀਆਂ ਕਰਨ ਦੀ ਆਗਿਆ ਆ। ਵਸਤਾਂ ਤੇ ਸੇਵਾਵਾਂ ਦੇ ਅੰਤਰ ਇਕਾਈ ਤਬਾਦਲੇ, ਮਤਲਬ ਜਦੋਂ ਉਹਨਾਂ ਦਾ ਤਬਾਦਲਾ ਕੀਤਾ ਜਾਣਾ ਆ ਦੂਸਰੇ ਦੇਸ਼ ਨੂੰ, ਤੇ ਉਹਨਾਂ ਨੂੰ ਉਸ ਤਬਾਦਲੇ ਦੀ ਆਗਿਆ ਆ। ਨਿਰਯਾਤ ਦੀ ਬੰਦਰਗਾਹ ਦੇ ਨੇੜੇ ਗੋਦਾਮ ਉਹ ਸਥਾਪਿਤ ਕਰ ਸਕਦੀਆਂ ਆ। ਉਹਨਾਂ ਦਾ ਜਿਹੜਾ ਗੋਦਾਮ ਆ ਉਹ ਬੰਦਰਗਾਹ ਦੇ ਨੇੜੇ, ਜਿੱਥੋਂ ਕਿ ਸ਼ਿਪ ਤੇ ਸਿੱਧਾ ਚੜਾਓ, ਤੇ ਮਤਲਬ ਕਿਤੋਂ ਹੋਰ ਲਿਆਉਣਾ ਨਹੀਂ ਪੈਂਦਾ, ਸਿੱਧਾ ਸ਼ਿਪ 'ਚ ਚੜਾਓ, ਨੇੜੇ ਹੀ ਬੰਦਰਗਾਹ ਦੇ ਨੇੜੇ ਹੀ ਉਹਨਾਂ ਦੇ ਜਿਹੜੇ ਗੋਦਾਮ ਸੈਟਲ ਕੀਤੇ ਆ, ਉਹਨਾਂ ਨੂੰ ਸੈਟਲ ਕਰਨ ਦੀ ਆਗਿਆ ਆ। ਸਿਖਲਾਈ ਦੇ ਸਮਾਨ ਲਈ ਡਿਊਟੀ ਮੁਕਤ ਸਾਜੋ ਸਮਾਨ ਦੀ ਵਰਤੋਂ ਕਰਨ ਦੀ ਆਗਿਆ ਆ। ਮਤਲਬ ਉਹਨਾਂ ਦੇ ਜਿਹੜਾ ਸਿਖਲਾਈ ਦਾ ਸਮਾਨ ਆ ਉਹਦੇ ਤੇ ਕੋਈ ਡਿਊਟੀ ਨਹੀਂ ਪੇ ਉਹਨਾਂ ਨੂੰ ਕਰਨੀ ਪਏਗੀ, ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਰਿਆਇਤ ਆ। ਬਟ ਉਹ ਕੁਛ ਸਿਲੈਕਟਡ ਆਈਟਮਸ ਆ ਜੋ ਇਹਨਾਂ 4 ਸਕੀਮਾਂ ਦੇ ਤਹਿਤ ਜਿਹੜੀਆਂ ਆ ਆਉਂਦੀਆਂ ਆ। 11ਵਾਂ ਪੁਆਇੰਟ, ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ 108 MSME ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ, ਇਹਦੀ ਫੁੱਲ ਫਾਰਮ ਹੈ, ਸਮੂਹਾਂ ਦੀ ਦਖਲਅੰਦਾਜ਼ੀ ਉੱਪਰ ਫੋਕਸ ਕੀਤਾ ਗਿਆ ਹੈ ਤਾਂ ਜੋ ਨਿਰਯਾਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਨਿਰਯਾਤ ਬੰਧੂ ਸਕੀਮ ਨੂੰ ਗੈਲਵਨਾਈਜ਼ਡ ਕਰਕੇ ਮੁੜ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਸਕਿੱਲ ਇੰਡੀਆ ਦੇ ਉਦੇਸ਼ਾਂ ਦੀ ਪ੍ਰਾਪਤੀ ਕੀਤੀ ਜਾ ਸਕੇ। ਇਸ ਪੁਆਇੰਟ ਦਾ ਮਤਲਬ ਇਹ ਆ ਕਿ ਜਿਹੜੀਆਂ ਮਾਈਕਰੋ ਸਮਾਲ ਤੇ ਮੀਡੀਅਮ ਐਂਟਰਪ੍ਰਾਈਜ਼ਸ ਆ, ਉਹਨਾਂ ਦੀ ਦਖਲਅੰਦਾਜ਼ੀ ਉੱਪਰ ਫੋਕਸ ਕੀਤਾ ਗਿਆ ਆ ਕਿ ਉਹਨਾਂ ਤੇ ਜ਼ਿਆਦਾ ਧਿਆਨ ਨਾ ਦੇ ਕੇ ਜਿਹੜੀਆਂ ਵੱਡੀਆਂ ਕੰਪਨੀਆਂ ਜੋ ਨਿਰਯਾਤ ਕਰ ਰਹੀਆਂ ਆ, ਵੱਡੀ ਅਮਾਊਂਟ ਪੈਦਾ ਕਰ ਰਹੀਆਂ ਤੇ ਆਯਾਤ ਕਰ ਰਹੀਆਂ, ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇੱਕ ਸਕੀਮ ਇਹਨਾਂ ਨੇ ਚਲਾਈ ਹੋਈ ਸੀ ਨਿਰਯਾਤ ਬੰਧੂ ਸਕੀਮ, ਉਹਨੂੰ ਦੁਬਾਰਾ ਸਟਾਰਟ ਕੀਤਾ ਗਿਆ ਆ ਸਕਿੱਲ ਇੰਡੀਆ ਜਿਹੜੀ ਸਕੀਮ ਆ ਉਹਦੇ ਅੰਡਰ, ਠੀਕ ਹੈ। 12ਵਾਂ ਪੁਆਇੰਟ ਹੈ, ਵਪਾਰ ਦੀ ਸਹੂਲਤ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣਾ ਇਹ ਇਸ ਪਾਲਿਸੀ ਦਾ ਕੇਂਦਰਿਤ ਖੇਤਰ ਹੈ। ਇਸ ਦਾ ਇੱਕ ਹੋਰ ਮੁੱਖ ਉਦੇਸ਼ ਕਾਗਜ਼ ਰਹਿਤ ਕੰਮ ਵੱਲ ਵਧਣਾ, ਭਾਵ ਵਪਾਰ ਦੀ ਜਿਹੜੀ ਸਹੂਲਤ ਆ ਤੇ ਕਾਰੋਬਾਰ ਆ ਵਪਾਰ ਦਾ, ਉਹਨੂੰ ਸੌਖਾ ਬਣਾਉਣਾ ਤੇ ਉਹਨੂੰ ਜ਼ਿਆਦਾ ਵਧੀਆ ਬਣਾਉਣਾ ਤੇ ਫੈਲਾਉਣਾ, ਵਧਾਉਣਾ। ਇਹਦਾ ਜਿਹੜਾ ਆ ਉਹ ਮੁੱਖ ਕੇਂਦਰਿਤ ਖੇਤਰ ਆ ਤੇ ਇਸ ਦਾ ਇੱਕ ਮੁੱਖ ਉਦੇਸ਼ ਇਹ ਆ ਕਿ ਪੇਪਰਲੈਸ, ਇਹ ਜਿਹੜੀ ਸਾਰੀ ਪ੍ਰੋਸੈਸ ਆ ਉਹਨੂੰ ਪੇਪਰਲੈਸ, ਜਿਹੜਾ ਕਾਗਜ਼ ਰਹਿਤ ਕਰਨਾ ਵੀ ਇਹਦਾ ਉਦੇਸ਼ ਆ ਕਿ ਸਾਰਾ ਸਿਸਟਮ ਆਨਲਾਈਨ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਹ ਚੱਲੇ ਤੇ ਕਾਗਜ਼ੀ ਜਿਹੜਾ ਡਾਕੂਮੈਂਟੇਸ਼ਨ ਆ ਜਾਂ ਕਾਗਜ਼ੀ ਕਾਰਵਾਈ ਆ ਉਹ ਘਟਾਈ ਜਾਵੇ। ਇਹ ਵੀ ਇਹਦਾ ਮੇਨ ਜਿਹੜਾ ਕੇਂਦਰ ਆ। ਇਹ ਪਾਲਿਸੀ ਦੇ ਸਾਰੇ 12 ਪੁਆਇੰਟ ਸੀਗੇ, ਇਹਦੇ ਹਾਈਲਾਈਟਸ ਆ, ਇਹਦੀ ਡਿਟੇਲ ਤਾਂ ਬਹੁਤ ਜ਼ਿਆਦਾ ਹੈ ਬਟ ਫਿਰ ਵੀ ਤੁਹਾਨੂੰ ਸਮਝ ਆ ਸਕੇ ਇਹ ਮੈਂ ਕੋਸ਼ਿਸ਼ ਕਰ ਰਹੀ ਹਾਂ। ਇਹ ਕੁਝ ਫੁੱਲ ਫਾਰਮਸ ਆ ਜਿਹੜੀਆਂ ਆਪਾਂ ਉੱਪਰ ਪੜ੍ਹੀਆਂ। EOU ਐਕਸਪੋਰਟ ਓਰੀਐਂਟਡ ਯੂਨਿਟਸ ਹੁੰਦੇ ਆ, EHTP ਇਲੈਕਟ੍ਰੋਨਿਕ ਹਾਰਡਵੇਅਰ ਟੈਕਨੋਲੋਜੀ ਪਾਰਕਸ, STPI ਸੌਫਟਵੇਅਰ ਟੈਕਨੋਲੋਜੀ ਪਾਰਕਸ ਆਫ ਇੰਡੀਆ, STP ਬਾਇਓਟੈਕਨੋਲੋਜੀ ਪਾਰਕ, MEIS ਮਰਚੈਂਡਾਈਜ਼ ਐਕਸਪੋਰਟ ਇੰਡੀਆ ਸਕੀਮ, SEIS ਸਰਵਿਸ ਐਕਸਪੋਰਟ ਇੰਡੀਆ ਸਕੀਮ, EPCG एक्सपोर्ट प्रमोशन कैपिटल गुड्स, MSME माइक्रो स्मॉल मीडियम एंटरप्राइजेस। बेटा ਜਿਹੜੇ ਟੈਕਨੋਲੋਜੀ ਪਾਰਕ ਆ ਪਹਿਲੇ 3-4 ਜਿਹੜੇ ਤੁਸੀਂ ਪੜ੍ਹ ਰਹੇ ਹੋ, ਇਹ ਕੁਝ ਸਪੈਸ਼ਲ ਟੈਕਨੋਲੋਜੀ ਪਾਰਕ ਬਣਾਏ ਹੁੰਦੇ ਆ, ਜਿਵੇਂ ਗੁਜਰਾਤ ਆ ਜਾਂ ਬੱਦੀ ਆ ਜਿੱਥੇ ਬਿਜ਼ਨਸ ਯੂਨਿਟ ਸਥਾਪਿਤ ਜ਼ਿਆਦਾ ਲੋਕ, ਇਹ ਬਿਜ਼ਨਸ ਏਰੀਆਜ਼ ਆ, ਬੱਦੀ ਹੋ ਗਈ, ਗੁਜਰਾਤ ਹੋ ਗਿਆ, ਉੱਥੇ ਇਹ ਜਿਹੜੇ ਟੈਕਨੋਲੋਜੀ ਪਾਰਕ ਬਣਾਏ ਜਾਂਦੇ ਆ ਤਾਂ ਜੋ ਕਈ ਚੀਜ਼ਾਂ ਨੂੰ ਬਣਾਉਣ ਤੇ ਉਹਨਾਂ ਲਈ ਸਪੈਸ਼ਲ ਆਈਡੀਆਜ਼ ਕ੍ਰੀਏਟ ਕਰਨ ਲਈ ਇਹ ਜਿਹੜੇ ਪਾਰਕ ਆ ਇਹ ਬਣਾਏ ਹੁੰਦੇ ਆ। ਤੇ ਇਹ ਜਿਹੜੀਆਂ ਫੁੱਲ ਫਾਰਮਸ ਤੁਹਾਨੂੰ ਹੈਲਪ ਕਰੂੰਗੀਆਂ ਜਿਹੜੇ ਆਪਾਂ ਉੱਪਰ ਪੁਆਇੰਟਸ ਪੜ੍ਹੇ ਆ। ਪਿਆਰੇ ਬੱਚਿਓ, ਆਸ ਕਰਦੀ ਹਾਂ ਕਿ ਅੱਜ ਦੀ ਜਿਹੜੀ ਇਹ ਪ੍ਰੈਜੈਂਟੇਸ਼ਨ ਆ ਤੁਹਾਨੂੰ ਪੂਰੀ ਤਰ੍ਹਾਂ ਸਮਝ ਆਈ ਹੋਏਗੀ। ਇਹ ਜਿਹੜੇ 12 ਪੁਆਇੰਟ ਆਪਾਂ ਫੋਰਨ ਟ੍ਰੇਡ ਪਾਲਿਸੀ ਦੇ ਪੜ੍ਹੇ ਆ, ਇਹਨੂੰ ਤੁਸੀਂ ਐਜ਼ ਇਟ ਇਜ਼ ਯਾਦ ਕਰ ਲੈਣਾ, ਪੇਪਰ ਦੇ ਵਿੱਚ ਐਜ਼ ਇਟ ਇਜ਼ ਹੀ ਲਿਖਣੇ ਨੇ, ਇਹਦੇ ਵਿੱਚ ਤੁਸੀਂ ਕੁਝ ਵੀ ਚੇਂਜ ਨਹੀਂ ਕਰ ਸਕਦੇ। ਸੋ ਘਰਾਂ 'ਚ ਰਹੋ, ਸੇਫ ਰਹੋ, ਖੁਸ਼ ਰਹੋ। ਥੈਂਕ ਯੂ।